ਔਖੀ ਘੜੀ ਨਾ ਦੇਖਣ ਦੇ, ਔਖੀ ਘੜੀ ਨਾ ਦੇਖਣ ਦੇ। ਆਪਣਾ ਬਿਰਦ ਸੰਭਾਲੇ, ਆਪਣਾ ਬਿਰਦ ਸੰਭਾਲੇ, ਔਖੀ ਘੜੀ ਨਾ ਦੇਖਣ। ਨਾਨਕ ਹੋਸੀ ਸਤ
ਇੱਕ ਮਰਦਾਨਾ ਮਿੱਤਰ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੇਵਕ ਸੀ। ਸ਼ਾਇਦ ਕਿਸੇ ਭਗਤਾਂ ਵਾਲੇ ਨੂੰ ਕਰਮਾਂ ਵਾਲੇ ਨੂੰ ਇਦਾਂ ਦਾ ਮਿੱਤਰ ਮਿਲਦਾ ਜਿੱਦਾਂ ਦਾ ਆਗਿਆਕਾਰ ਗੋਪਾਲਪੁਰ ਦੀ ਧਰਤੀ ਤੇ ਪਹੁੰਚੇ। ਗੋਪਾਲਪੁਰ ਦੀ ਧਰਤੀ ਤੇ ਜਦੋਂ ਗਏ, ਇੱਕ ਦੇ ਹੱਥ ਵਿੱਚ ਸਾਜ਼ ਵਜਾਉਣ ਵਾਲਾ ਰਬਾਬ, ਸਾਰਿਆਂ ਨੂੰ ਨਾਮ ਬਾਣੀ ਦੇ ਟੀਕੇ ਲਾ ਕੇ ਆ ਰਹੇ, ਨਾਮ ਬਾਣੀ ਦਾ ਉਪਦੇਸ਼ ਦੇ ਕੇ ਕਰਨਾ ਕੀਤਾ। ਜਦੋਂ ਬਾਣੀ ਨੇ ਜਵਾਬ ਦਿੱਤਾ ਕਿ ਖੇਤਾਂ ਦੇ ਵਿੱਚ ਕਿਸੇ ਜ਼ਿਮੀਂਦਾਰ ਦਾ ਖੂਹ ਸੀ, ਉੱਥੇ ਚਲੇ ਗਏ। ਪੁਲੀ ਦੇ ਜਿੱਥੇ ਖਿੜਕੀ ਬਣੀ ਹੋਈ ਸੀ, ਜਿਵੇਂ ਆਪਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਖਿੜਕੇ ਲਾ ਦਿੰਦੇ, ਪਸ਼ੂਆਂ ਨੂੰ ਠੰਡ ਲੱਗਣ ਤੋਂ ਵੀ ਖਿੜਕਾ ਬਣਾ ਕੇ ਲਾ ਦਿੰਦੇ ਆ, ਇਹਦਾ ਪੁਲੀ ਦੇ ਅੱਗੇ ਗੇਟ ਲੱਗਿਆ ਹੋਇਆ। ਮਰਦਾਨਾ ਖੜੋ ਕੇ ਬਾਜ ਮਾਰਦਾ ਹੈ ਪੁਲੀ ਵਾਲਿਆ, ਅਸੀਂ ਤੈਨੂੰ ਮੁਸਾਫਰ, ਇੱਕ ਸਾਡਾ ਸਾਈਂ ਹੈ, ਦੋ ਅਸੀਂ ਸੇਵਕ ਹਾਂ, ਤੇ ਮੇਰੇ ਮਾਲਕ ਦਾ ਹੁਕਮ ਹੈ ਵੀ ਅਸੀਂ ਤੇਰੀ ਛਪਰੀ ਦੇ ਵਿੱਚ, ਤੇਰੀ ਛੱਤ ਦੇ ਵਿੱਚ ਨਾ ਰਾਤ ਗੁਜ਼ਾਰਨੀ ਹੈ। ਜਾ ਕੇ ਆਵਾਜ਼ ਦਿੱਤੀ, ਅੰਦਰੋਂ ਕੋਈ ਆਵਾਜ਼ ਨਹੀਂ ਆਈ, ਕੋਈ ਆਵਾਜ਼ ਨਹੀਂ ਜਦੋਂ ਆਈ, ਮਰਦਾਨਾ ਵਾਪਸ ਆ ਗਿਆ। ਜੇ ਅੱਜ ਕੱਲ੍ਹ ਦਾ ਕੋਈ ਚੇਲਾ ਹੁੰਦਾ ਨਾ ਗੁਰੂ ਨਾਨਕ ਦੇਵ ਜੀ ਦਾ ਸੇਵਕ ਹੁੰਦਾ, ਉਹ ਵੀ ਨਹੀਂ ਆਪੇ ਲੱਗਣਾ ਸੀ, ਅਸੀਂ ਕਹਿੰਦੇ ਤਾਂ ਪੜ੍ਹਾਈ ਕਰਾਈ ਜਾਂਦਾ ਤੋਂ ਸਤਨਾਮ। ਇਹਦਾ ਮਰਦਾਨਾ ਹੀ ਆਗਿਆਕਾਰ ਸੀ, ਜਿਹੜਾ ਹਰ ਇੱਕ ਵਚਨ ਮੰਨਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਜਦੋਂ ਅੰਦਰੋਂ ਉਹਦੇ ਦੇ ਵਿੱਚੋਂ ਆਵਾਜ਼ ਨਾ ਆਈ, ਮਰਦਾਨਾ ਵਾਪਸ ਆ ਗਿਆ। ਸਤਿਗੁਰੂ ਕਹਿੰਦੇ ਕਿਉਂ ਮਰਦਾਨੇ, ਕੀ ਬਣਿਆ ਭਾਈ? ਕਹਿੰਦੇ ਮਹਾਰਾਜ ਮੈਂ ਬੂਹੇ ਅੱਗੇ ਖੜ ਕੇ ਆਵਾਜ਼ ਦਿੱਤੀ, ਅੰਦਰੋਂ ਕੋਈ ਆਵਾਜ਼ ਨਹੀਂ ਆਈ। ਤਾਂ ਜਿਹੜਾ ਖਿੜਕੀ ਬਣੀ ਹੋਈ ਹੈ ਛਪਰੀ ਦੇ ਅੱਗੇ ਆਉਣ ਵਾਸਤੇ, ਜਿਹੜੀ ਅੰਦਰ ਥੋੜਾ ਬਿਨਾ ਆਵਾਜ਼ ਅੰਦਰ ਇੱਕ ਰੂਹ ਪਿਆ ਹੈ, ਅੰਦਰ ਇੱਕ ਸਰੀਰ ਪਿਆ ਹੈ, ਬੜੀ ਉਹ ਆਦੀ ਹੈ, ਕਿਦਾਂ ਲੱਗਦਾ ਹੈ ਜਿਵੇਂ ਨਸ ਨਾਲ ਲੜਿਆ ਪਿਆ ਹੋਇਆ। ਕੋਈ ਉਹ ਹੀ ਹੈ ਮਹਾਰਾਜ, ਸਭ ਲੋਕ ਕਹਿੰਦੇ ਕੋਈ ਨਹੀਂ ਮਰਦਾਨੇ ਆ। ਜਦੋਂ ਆਪਣੇ ਜੜਾਂ ਦੇ ਵਿੱਚ ਟੱਕ ਲਾਉਣ ਵਾਸਤੇ ਆ ਗਿਆ ਤੇ ਆਪਾਂ ਕਿੱਥੇ ਰੱਖਣਾ ਕਿਹੜੇ ਆਪਣੇ ਦੀ ਗੱਲ ਦਾ ਬੜੇ ਸੁੱਖ ਜਦੋਂ ਮੇਰੇ ਕੋਲ ਸੀ ਸਾਰੇ ਮੈਂ ਭੱਜ ਕੇ ਪੜਦੇ ਸੀ ਆਪਣਾ ਮੇਰੇ ਸੀ ਅੱਜ ਦੁਨੀਆ ਦੇ ਵਿੱਚ ਆਪਾਂ ਵਿਚਰਦੇ ਆ ਦੇਖਦੇ ਆ
जिन्होंने मेरा मेरा करके चावा लाडा के नाल पा लिया ना, ते जिन्होंने अगली उसने लाई है। अगला शब्द कोई शायद कहता हम माजी जड़ा इन्हें प्यार के नाल पहला बुढ़े होता, फिर बुढ़िया फुल लगते हैं, फिर उन्होंने फुलों को तोड़ के लाती है माला, फिर उन्होंने फुलों के भी सुराख करके ना हाल होती है। कहते फुल नहीं होता, फुल कदों होता? फुल रोटिया मालण हाथ दे कसूई होए शेख सीने नूं करते अपने। कहते फुल नहीं होता, मालण के हाथ में जो सूई देख लो फुल होता कि पहला कितने प्यार के नाल पा लिया, फिर फुल लग गया, फिर मैं लग गया, पैदा हो जाता। अज मैं तोड़ के मेरे सीने के छेक लग लगी है मानन सूई के नाल, कहते फुल नहीं होता। इतने कहते कोई नहीं किसी का, सारे सुखों के संगी है। मारे कहते भाई तेरे अपने कहते मारे जवाब सी मेरा जो मैं ये सतगुरु को बख्शाउण दी जांच सानू वाले साडे पुट्ठे देव जी गुरु
महाराज कहते ਜਿਹੜੇ ਨਹੀਂ ਕਰਦੇ ਨੇ ਹਰ ਕੋਈ ਦੇਖਦਾ ਵੀ ਮੈਂ ਸ਼ਾਇਦ ਦੇਖਣਾ ਦਾ ਨੰਬਰ ਬੜਾ ਔਖਾ ਹੈ ਕੋਈ ਕਹਿੰਦਾ ਕੋਸ਼ਿਸ਼ ਨਾ ਕੀਤੀ ਪੰਦਰਵਦਾਸ ਜੀ ਵਰਗੇ ਸਦਨਾ ਜੀ ਵਰਗੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕਿੱਦਾਂ ਦਾ ਮਾਲਕ ਹੈ ਕਿਉਂ ਨਹੀਂ ਕੁਦਰਤ ਕਰਕੇ ਦੱਸਿਆ ਸੂਰਜ ਜਿਹੜਾ ਵਸ ਰਿਹਾ ਉਸ ਨੂੰ ਵਿਸਾਰਿਓ ਨਾ ਤੇ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ ਸਤਿਗੁਰੂ ਜੀ ਉੱਥੋਂ ਰਵਾਨਾ ਹੋਏ ਰੋਗੀ ਦਾ
ਜਾਈ ਆਪੋ ਆਪਣੀ ਕੋਈ ਮੰਦ ਤੀਰਾ ਸੋਰਠਾ ਮਹਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰਾ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਬਿੰਦ ਮੇਰਾ ਸਤਿਗੁਰ ਰਖਵਾਲਾ ਹੋਆ। ਵੱਡੇ ਸਨ ਪਰ ਅਸੀਂ ਆਪਸ ਵਿੱਚ ਤਕਰੀਬਨ 20-22 ਸਾਲ ਇੱਕ ਲੰਗੋਟੀਏ ਯਾਰ ਜਿਵੇਂ ਕਹਿੰਦੇ ਹੁੰਦੇ ਆ ਉਸ ਨਾਲ ਲਗਾਏ ਜ਼ਿੰਦਗੀ ਦੇ ਉਹ ਦਿਨ ਜਦੋਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਗਰੀਬੀ ਸੀ। ਪੰਜਾਬ ਦੇ ਵਿੱਚ ਨਾਲ ਜਿੱਦਾਂ ਕਹੀਏ ਤਾਂ ਸਾਡੇ ਇਸ ਇਲਾਕਾ ਜਿਹੜਾ ਸੀ ਉਹ ਸੇਮ ਦਾ ਮਾਰਿਆ ਹੋਇਆ ਸੀ। ਇਸ ਸੇਮ ਦੇ ਇਲਾਕੇ ਦੇ ਵਿੱਚ ਅਸੀਂ ਆਪਸ ਵਿੱਚ ਇੱਕ ਉਹ ਜ਼ਿੰਦਗੀ ਨਿਭਾਈ ਜਿਹੜੀ ਕਿ ਯਾਦਾਂ ਬਣ ਕੇ ਰਹਿ ਜਾਂਦੀ ਹੈ। ਅਸੀਂ ਅਕਸਰ ਹਰ ਰੋਜ਼ ਇਕੱਠੇ ਰਹਿਣਾ, ਤਕਰੀਬਨ ਸ਼ਾਮ ਨੂੰ ਜਦੋਂ ਸੌਣਾ ਹੁੰਦਾ ਸੀ ਤਾਂ ਆਪੋ ਆਪਣੇ ਘਰੇ ਜਾਂਦੇ ਸੀ, ਪਰ ਅਕਸਰ ਇਕੱਠੇ ਹੀ ਰਹਿੰਦੇ ਸੀ। ਇੱਥੋਂ ਅਸੀਂ 5ਵੀਂ ਕਲਾਸ ਕਰਕੇ ਸ਼ਹਿਣੇ ਪੜ੍ਹਨ ਲੱਗੇ। ਸਾਰਾ ਸ਼ਹਿਣੇ ਦਾ ਏਰੀਆ ਜਿਹੜਾ ਸੀ ਉਹ ਸਾਰਾ ਪਾਣੀ ਨਾਲ ਭਰਿਆ ਹੋਇਆ ਸੀ ਤੇ ਜਾਣਾ ਆਉਣਾ ਬੜਾ ਔਖਾ ਸੀ। ਤੁਰ ਕੇ ਜਾਣਾ, ਵੱਡੇ ਰਸਤੇ 'ਚ ਹੋਣੇ, ਘਰਾਂ ਦੇ ਵਿੱਚ ਪਾਏ ਹੋਣੇ, ਰੋਟੀ ਰਾਹ ਦੇ ਵਿੱਚ ਰਸਤੇ 'ਚ ਖਾਣੀ। ਇੱਕ ਵਾਰੀ ਜਦੋਂ ਅਸੀਂ ਮੇਰਾ ਖਿਆਲ ਆ ਵੀ 7ਵੀਂ ਵਿੱਚ ਹੋਵਾਂਗੇ, ਮੇਰੇ ਪਿਤਾ ਜੀ ਤੇ ਮੁਖਤਿਆਰ ਸਿੰਘ ਮੋਦੀ ਦੇ ਪਿਤਾ ਜੀ ਦੀ ਵੀ ਆਪਸ ਵਿੱਚ ਇਹ ਦੋਸਤੀ ਸੀ ਤਾਂ ਪਿੰਡ ਦੇ ਵਿੱਚ ਕਹਿੰਦੇ ਸੀ ਕਿ ਦੋ ਭਰਾ ਸਕੇ ਭਰਾਵਾਂ ਤੋਂ ਵੱਧ ਹੈ। ਇਹਨਾਂ ਨੇ ਦੋਨਾਂ ਨੇ ਰਾਏ ਕੀਤੀ ਕਿ ਬੱਚੇ ਤੁਰ ਕੇ ਜਾਂਦੇ ਵੀ ਕਿਉਂ ਨਾ ਆਪਾਂ ਇਹਨਾਂ ਨੂੰ ਕੋਈ ਸਾਈਕਲ ਲੈ ਲਈਏ। ਇਹਨਾਂ ਨੇ ਸਾਨੂੰ ਕਿਹਾ ਵੀ ਆਪਣੇ ਪਿੰਡ ਦੇ ਵਿੱਚ ਇੱਕ ਸਰਦਾਰ ਸੀ, ਮੈਨੂੰ ਉਹਦਾ ਨਾਮ ਵਿਸਰ ਗਿਆ, ਤੁਸੀਂ ਉਹਨੂੰ ਪੁੱਛ ਕੇ ਆਓ ਵੀ ਉਹਦੇ ਕੋਲ ਸਾਈਕਲ ਹੈ। ਅਸੀਂ ਦੁੱਲੇ ਦਰੰਗੇ ਮਾਰਦੇ ਜਦੋਂ ਉਹਦੇ ਘਰ ਗਏ ਤਾਂ ਉਹ ਕਹਿੰਦਾ ਵੀ ਸਾਈਕਲ ਮੈਂ ਵੇਚ ਦੂੰ, ਰੁਪਈਏ 50 ਲਵਾਂ। ਇਹਨਾਂ ਦੋਨਾਂ ਨੇ, ਮੇਰੇ ਬਾਪ ਪਿਤਾ ਜੀ ਨੇ ਤੇ ਮੋਦੀ ਸਾਹਿਬ ਦੇ ਪਿਤਾ ਜੀ ਨੇ, ਤਾਇਆ ਜੀ ਨੇ ਸਾਡੇ ਨੇ ਸਾਨੂੰ 50 ਰੁਪਈਏ ਦੇ ਦੇ। ਤੇ ਅਸੀਂ ਜਦੋਂ ਸਾਈਕਲ ਲੈ ਕੇ ਗਏ ਤਾਂ ਉਹਨੇ ਸਾਨੂੰ 1 ਰੁਪਈਆ ਵਿੱਚੋਂ ਮੋੜਤਾ ਤੇ 49 ਰੁਪਏ ਦਾ ਸਾਈਕਲ ਜਦੋਂ ਅਸੀਂ ਲਿਆ। ਤੇ ਉਹਦੀਆਂ ਲੱਜਤਾਂ ਮੈਨੂੰ ਅੱਜ ਵੀ ਆਈ ਜਾਂਦੀਆਂ, ਕਾਰਾਂ ਨਾਲ ਨਹੀਂ ਹੋਣੀਆਂ, ਮੋਟਰਸਾਈਕਲਾਂ ਤੇ ਜਹਾਜ਼ਾਂ ਤੇ ਨਹੀਂ ਹੋਣੀਆਂ, ਜਿਹੜਾ ਉਹ ਸਾਈਕਲ ਉਸ ਵੇਲੇ ਸਾਡੇ ਕੋਲ ਸੀ। ਉਸ ਤੋਂ ਬਾਅਦ ਕਈ ਵਾਰੀ ਇਹੋ ਜਿਹੀਆਂ ਗੱਲਾਂ ਯਾਦ ਆਉਣੀਆਂ। ਮੈਂ ਇਹਨਾਂ ਦੇ ਨਾਲ ਇਹਨਾਂ ਦੇ ਪਿਤਾ ਜੀ ਦੀ ਸ਼ਖਸੀਅਤ ਬਾਰੇ ਵੀ ਦੱਸਿਆ, ਤਾਇਆ ਜੀ ਦੇ ਬਾਰੇ ਵੀ। ਮੇਰੇ ਪਿਤਾ ਜੀ ਨੇ ਜਦੋਂ ਵੀ ਕੋਈ ਕੰਮ ਹੋਣਾ ਤਾਂ ਮੈਨੂੰ ਕਹਿਣਾ ਕਿ ਜਾਓ ਜਾ ਕੇ ਅੱਜ ਆਪਣੇ ਤਾਇਆ ਜੀ ਨੂੰ ਸੱਦ ਕੇ ਲਿਆਓ। ਅਕਸਰ ਘਰ ਦੀ ਕੋਈ ਵੀ ਕਬੀਲਦਾਰ ਦੀ ਗੱਲ ਕਰਨੀ ਤਾਂ ਤਾਇਆ ਜੀ ਦੇ ਨਾਲ ਬੈਠ ਕੇ ਸਾਡੇ ਪਿਤਾ ਜੀ ਨੇ ਕਰਨੀ ਤੇ ਉਹਨਾਂ ਨੇ ਵੀ ਕਰਨੀ। ਮੈਂ ਉਹਨਾਂ ਬਾਰੇ ਤੁਹਾਨੂੰ ਇਹੋ ਜਿਹੀ ਗੱਲ ਦੱਸਣੀ ਚਾਹੁੰਦਾ ਕਿ ਉਹ ਪਰਿਵਾਰ ਹੈ ਜਿਹੜਾ ਉਸਦਾ ਉਹਨਾਂ ਦੇ ਵਿੱਚੋਂ ਵੀ ਇਸ ਪਰਿਵਾਰ ਨੂੰ, ਮੁਖਤਿਆਰ ਸਿੰਘ ਮੋਦੀ ਦੇ ਪਰਿਵਾਰ ਨੂੰ ਜਿਹੜੀ ਉਹ ਸ਼ਖਸੀਅਤ ਮਿਲੀ ਆ ਉਹਦੇ ਬਾਰੇ ਦੱਸਣਾ ਚਾਹੁੰਦਾ। ਅਸੀਂ ਖੇਤੀ ਨਹੀਂ ਸੀ ਕਰਦੇ, ਮੇਰਾ ਫਾਦਰ ਖੇਤੀ ਨਹੀਂ ਸੀ ਕਰਦਾ, ਤਾਂ ਸਾਡੀ ਜ਼ਮੀਨ ਹੈ ਜਿਹੜੀ ਅਕਸਰ ਇਹਨਾਂ ਕੋਲ ਹੁੰਦੀ ਸੀ। 15-20 ਸਾਲ ਹੋ ਗਏ ਹੋਣਗੇ। ਉਸ ਤੋਂ ਬਾਅਦ ਮੁਖਤਿਆਰ ਸਿੰਘ ਦੇ ਪਿਤਾ ਦੇ ਤਾਇਆ ਜੀ ਮੇਰੇ ਪਿਤਾ ਜੀ ਕੋਲ ਆਏ, ਕਹਿੰਦੇ ਬਾਊ ਸਿਆ ਯਾਰ ਤੂੰ ਜ਼ਮੀਨ ਆਪਦੀ ਕਿਸੇ ਨੂੰ ਹੋਰ ਦੇ ਦੇ। ਉਹ ਕਹਿੰਦਾ ਵੀ ਕਿਉਂ? ਕਹਿੰਦਾ ਮੈਨੂੰ ਐਂ ਲੱਗਦਾ ਵੀ ਪਿੰਡ ਦੇ ਬਹੁਤ ਲੋਕ ਇਹ ਕਹਿਣ ਲੱਗੇ ਵੀ ਇਹ ਤਾਂ ਇਹਨਾਂ ਦੀ ਜ਼ਮੀਨ ਦੱਬਣਗੇ। ਉਹ ਕਹਿੰਦਾ ਭਾਈ ਸਾਹਿਬ ਜੇ ਜ਼ਮੀਨ ਤੂੰ ਲੱਭ ਲੇਗਾ ਤਾਂ ਮੈਨੂੰ ਇਹਦੀ ਖੁਸ਼ੀ ਹੋਰ ਕੀ ਹੋਊਗੀ। ਕਹਿੰਦਾ ਵੀ ਨਹੀਂ, ਅੱਜ ਤੋਂ ਬਾਅਦ ਮੈਂ ਤੇਰੀ ਜ਼ਮੀਨ ਨਹੀਂ ਹੋਣੀ, ਕਿਸੇ ਨੂੰ ਹੋਰ ਦੇ ਦੇ। ਚਲੋ ਮੇਰੇ ਪਿਤਾ ਜੀ ਨੇ ਜ਼ਮੀਨ ਕਿਸੇ ਨੂੰ ਹੋਰ ਦੇ ਦਿੱਤੀ। 2 ਸਾਲਾਂ ਬਾਅਦ ਫਿਰ ਜ਼ਮੀਨ ਇਹਨਾਂ ਕੋਲ ਆ ਗਈ। ਮੇਰੀ ਇਹ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਅੰਦਰ ਕਿਹਦੀ ਇਹੋ ਜਿਹੀ ਭਾਵਨਾ ਸੀ ਕਿ ਅਸੀਂ ਆਪਸ ਵਿੱਚ ਪਿਆਰ ਨਾ ਟੁੱਟਣ ਲਈਏ, ਇਹ ਜ਼ਮੀਨਾਂ ਤਾਂ ਜ਼ਮੀਨੇ ਰਹਿ ਜਾਂਦੀਆਂ। ਇੱਕ ਦੋਸਤੀ ਦੇ ਵਿੱਚ, ਪਿਆਰ ਦੇ ਵਿੱਚ ਫਰਕ ਨਾ ਵੜੇ, ਇਹ ਕਿੰਨੀ ਵੱਡੀ ਸ਼ਖਸੀਅਤ ਦੀ ਗੱਲ ਹੈ। ਉਸ ਤੋਂ ਬਾਅਦ ਜਿਹੜੀਆਂ ਗੱਲਾਂ ਹੋ ਰਹੀਆਂ, ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਬਾਰੇ ਜੇ ਮੈਂ ਗੱਲ ਕਰਾਂ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਅਸੀਂ ਇਕੱਠੇ ਪੜ੍ਹੇ। ਉਸ ਤੋਂ ਬਾਅਦ ਜਦੋਂ 10ਵੀਂ ਕਰਨ ਤੋਂ ਬਾਅਦ ਬਰਨਾਲੇ ਜਾ ਕੇ ਇਹਨਾਂ ਨੇ
JBT शुरू की ਤਾਂ ਵੀ ਅਸੀਂ ਅਫਸਰ ਵਿੱਚ ਇਕੱਲੇ ਰਹਿੰਦੇ ਸੀ। ਮੈਂ ਢੁੱਡੀ ਕੇ ਕਾਲਜ ਪੜ੍ਹਦਾ ਗਿਆ ਤਾਂ ਇਹਨਾਂ ਨੇ ਮੇਰੇ ਨਾਲ ਉੱਥੇ ਮੇਰੇ ਨਾਨਕੇ ਆਉਣਾ, ਅਸੀਂ ਨਾਨਕਿਆਂ ਦੀਆਂ ਵਿਹੜੀਆਂ ਦੇ ਵਿੱਚ ਵੀ ਇਕੱਠੇ ਰਹਿਣਾ। ਉਸ ਤੋਂ ਬਾਅਦ ਇਹਨਾਂ ਨੇ ਐਜੂਕੇਸ਼ਨ ਆਪਣੀ ਪ੍ਰਾਪਤ ਕੀਤੀ, ਟੀਚਰ ਲੱਗੇ, B.Ed ਕੀਤੀ, BA ਕੀਤੀ, ਗਿਆਨੀ ਕੀਤੀ। ਉਸ ਤੋਂ ਬਾਅਦ ਆਪਣੇ ਭਦੌੜ ਸਕੂਲ ਦੇ ਵਿੱਚ ਇਹਨਾਂ ਨੇ 25-26 ਸਾਲ ਜਿਹੜੀ ਸਰਵਿਸ ਕੀਤੀ ਹੈ। ਉਸ ਦੇ ਵੇਲੇ ਵੀ ਅਸੀਂ ਅਕਸਰ ਆਪਸ ਵਿੱਚ ਇੱਕ ਦੂਸਰੇ ਨੂੰ ਤਕਰੀਬਨ ਮਿਲਦੇ ਰਹੇ ਹਾਂ। ਜਿੰਨੀ ਵੀ ਜ਼ਿੰਦਗੀ ਉਹਨਾਂ ਨੇ ਬਤੀਤ ਕੀਤੀ ਉਸ ਦੇ ਵਿੱਚ ਅਕਸਰ ਉਹਨਾਂ ਦੀ ਭਾਵਨਾ ਇਹ ਰਹਿੰਦੀ ਸੀ ਕਿ ਮੈਂ ਕਿਸੇ ਨਾ ਕਿਸੇ ਦੀ ਸੇਵਾ ਕਰਾਂ। ਸਰਵਿਸ ਤੋਂ ਰਿਟਾਇਰ ਹੋਣ ਤੋਂ ਬਾਅਦ ਇੱਥੇ ਕੁੜੀਆਂ ਦਾ ਸਕੂਲ ਸੀ। ਲੋਕ ਬੱਚੇ ਜਿਹੜੇ ਨੇ ਕੁੜੀਆਂ ਨੂੰ ਘੱਟ ਪੜ੍ਹਾਉਣ ਵਾਸਤੇ ਭੇਜਦੇ ਸੀ। ਇਹਨਾਂ ਨੇ ਆਪ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਉਸ ਸਕੂਲ ਦੇ ਵਿੱਚ ਚਲਾਇਆ, ਉਹਨਾਂ ਦੀ ਫਾਈਨੈਂਸ਼ੀਅਲ ਮਦਦ ਕੀਤੀ, ਹਰ ਥਾਂ ਤੇ ਮਦਦ ਕੀਤੀ। ਉਸ ਤੋਂ ਬਾਅਦ ਇੱਕ ਵਾਰੀ ਮੈਂ ਇਹਨੂੰ ਕਿਹਾ, ਭਾਈ ਮੁਖਿਆਰਿਆ ਮੇਰੇ ਅੱਖ ਦੇ ਵਿੱਚ ਨਾ ਆਪਰੇਸ਼ਨ ਕਰਾਉਣ ਦਾ ਜੀ ਕਰਦਾ, ਮੈਂ ਲੈਂਜ ਪਵਾਵਾਂ। ਤਾਂ ਸਾਡੇ ਪਿੰਡ ਦੇ ਵਿੱਚ ਅੱਖਾਂ ਦਾ ਆਪਰੇਸ਼ਨ ਕੈਂਪ ਸ਼ੁਰੂ ਕੀਤਾ ਤੇ ਉਸ ਦੇ ਨਿਰਮਾਤਾ ਵੀ ਮੈਂ ਇਹਨਾਂ ਨੂੰ ਕਹਿਣਾ, ਔਰ ਉਹ ਅੱਖਾਂ ਦੇ ਆਪਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਲੈਂਜ ਪਾਇਆ ਉਹ ਵੀ ਮੇਰੇ ਪਾਇਆ ਗਿਆ ਇਸ ਸਕੂਲ ਦੇ ਵਿੱਚ, ਇਸ ਕੈਂਪ ਦੇ ਵਿੱਚ। ਸੋ ਉਹਨਾਂ ਨੇ ਜਿੱਥੇ ਵੀ ਲੋੜ ਮੰਗੀ ਸੀ ਉਸ ਥਾਂ ਤੇ ਹਰ ਥਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਵੀ ਕਿਸੇ ਕਲੱਬ ਨੇ ਜਾਂ ਕਿਸੇ ਹੋਰ ਸੰਸਥਾ ਨੇ ਆ ਕੇ ਕਿਸੇ ਬਾਰੇ ਉਹਨਾਂ ਨੂੰ ਪੁੱਛਣਾ ਤਾਂ ਅਕਸਰ ਉਹਨਾਂ ਨੇ ਕਹਿਣਾ, ਹਾਂ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਸੋ ਇੱਕ ਅੱਜ ਹੋਰ ਸਾਡੇ ਪਿੰਡ ਦੇ ਵਿੱਚ ਟ੍ਰੈਜਡੀ ਹੋਈ ਹੈ, ਉਸ ਦਾ ਕਰਕੇ ਉਹਨਾਂ ਨੇ ਉਹਦਾ ਸੰਸਕਾਰ ਕਰਨਾ, ਬਾਬਾ ਜੀ ਵੀ ਕਹਿੰਦੇ ਸੀ ਕਿ ਆਪਾਂ ਥੋੜਾ ਸਿਮਟ ਕਰਨਾ। ਤੇ ਮੈਂ ਫਿਰ ਵੀ ਬੇਨਤੀ ਕਰੂੰਗਾ, ਸਰਦਾਰ ਸੁਰਜੀਤ ਸਿੰਘ ਸੰਧੂ ਜੀ ਉਹ ਆਏ, ਉਹਨਾਂ ਦੇ ਨਾਲ ਵੀ ਉਹ ਬਹੁਤ ਰਹੇ ਹੈ। ਮੈਂ ਬੇਨਤੀ ਕਰੂੰਗਾ ਉਹ ਚੰਦ ਉਹ ਵੀ ਆਪਣੇ ਸ਼ਬਦ ਤੇ ਸ਼ਰਧਾਂਜਲੀ ਪੇਸ਼ ਕਰਨਗੇ। ਉਸ ਤੋਂ ਬਾਅਦ ਮਾਸਟਰ ਰਾਮ ਕੁਮਾਰ ਜੀ ਵੀ ਆਏ ਹੋਏ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਵੀ ਚੰਦ ਸ਼ਬਦ ਜ਼ਰੂਰ ਬੋਲਣਗੇ। ਮਾਸਟਰ ਕਿਆ ਤਾਂ ਉਸ ਸਮੇਂ ਸਾਡੀ ਜ਼ਿੰਦਗੀ ਦਾ ਮੁੱਢ ਸੀ। ਅਸੀਂ ਜ਼ਿੰਦਗੀ ਦੀ ਆਪਣੀ ਵਿੱਦਿਅਕ ਪੜ੍ਹਾਈਆਂ ਕਰਨ ਤੋਂ ਬਾਅਦ ਜ਼ਿੰਦਗੀ ਦਾ ਇੱਕ ਪਾਸੇ ਨੌਕਰੀ, ਵਿਆਹ ਸ਼ਾਦੀਆਂ, ਘਰ ਪਰਿਵਾਰ, ਇਹ ਸਾਰਾ ਮੁੱਢ ਬੰਨੇ ਸੀ। ਉਸ ਵੇਲੇ ਅਸੀਂ ਐਕਟਿਵ ਸੀ। ਸਾਡੇ ਆਪਸ ਵਿੱਚ ਜਿਹੜੇ ਸੰਬੰਧ ਹੈ ਉਹ ਇੰਨੇ ਤੇਜ਼ ਵੱਧਦੇ ਗਏ ਕਿ ਪਰਿਵਾਰਾਂ ਵਾਂਗੂ। ਜੇ ਮੈਂ ਗੱਲ ਕਰਾਂ, ਮਾਤੇ ਬਚਨ ਸਿੰਘ 74 ਤੋਂ ਨੌਕਰੀ 'ਚ ਆਏ ਸੀ। ਉਸ ਤੋਂ ਬਾਅਦ ਮਰਜਾਨ ਸਿੰਘ ਮੋਜੀ ਮੇਰੇ ਕੋਲ 70 'ਚ ਆ ਗਏ। ਅੱਗੇ 78-79 ਦੇ ਵਿੱਚ ਸੁਰਾਗਰ ਸਿੰਘ, ਉਸ ਤੋਂ ਅੱਗੇ ਰਾਮ ਕੁਮਾਰ। ਤੇ ਨਾਲ ਦੀ ਨਾਲ ਇਹ ਗੱਲ ਹੋਈ ਕਿ ਸਾਡੇ ਸਾਰੇ ਕਪਲ ਕੇਸ ਸੀਗੇ। ਦੂਸਰੇ ਪਾਸੇ ਨਿਰਮਲ ਕੌਰ ਨਾਲ ਮੇਰੀ ਸੀ, ਹਰਪਾਲ ਕੌਰ, ਜਸਵੰਤ ਕੌਰ, ਕੁਲਜਿੰਦਰ ਦਾ ਵਿਆਹ ਸੁਰਾਗਰ ਉਹਨਾਂ ਦਾ ਸਾਡੇ ਹੱਥੀਂ ਹੁੰਦਾ। ਇਹ ਸਾਡੇ ਸੰਬੰਧ ਇਸ ਤਰ੍ਹਾਂ ਦੇ ਬਣ ਗਏ ਸਾਰਿਆਂ ਦੇ। ਇੱਕ ਇਹਦੇ ਵਿੱਚ ਵਿਸ਼ੇਸ਼ ਗੱਲ ਮੈਂ ਕਹਿਣੀ ਚਾਹੁੰਦਾ, ਸਾਡੇ ਵਿਚਕਾਰ ਇੱਕ ਗੱਲ ਹੋਰ ਜਿਹੜੀ ਸੀ ਕਿ ਕਿਤੇ ਕੰਮ ਦੀਆਂ ਸਾਂਝਾਂ ਦੇ ਬਾਅਦ ਇੱਕ ਵਿਚਾਰਧਾਰਾ ਦੀ ਵੀ ਸਾਂਝ ਸੀ। ਅਸੀਂ ਸਾਰੇ ਇਹ ਦੁਨੀਆ ਦੇ ਨਾਂ ਲੈ ਕੇ ਤਕਰੀਬਨ ਇੱਕੇ ਵਿਚਾਰਧਾਰਾ ਨੂੰ ਅਪਣਾਏ ਹੋਏ ਸੀ, ਇੱਕੇ ਧੜੇ ਦੇ ਵਿੱਚ ਕੰਮ ਕਰਦੇ ਸੀ। ਉੱਥੋਂ ਸਾਡੇ ਸੰਬੰਧ ਇੰਨੇ ਵੱਧ ਗਏ ਕਿ ਉਦੋਂ ਅੱਗੇ ਸਾਡੇ ਸਾਰੇ ਪਰਿਵਾਰਕ ਜਿੰਨੇ ਵੀ ਮੁਖਤਿਆਰ ਸਿੰਘ ਦਾ ਪਰਿਵਾਰ ਹੈ, ਜਿਵੇਂ ਕਿ ਆਪਣੇ ਰਾਮ ਸਿੰਘ ਬੈਠੇ ਸਾਹਮਣੇ, ਇਹਨਾਂ ਦਾ ਉਦੋਂ ਬਾਅਦ ਚਮਕੌਰ ਹੋਰਾਂ ਦੀਆਂ ਇਹਨਾਂ ਦੀਆਂ ਬੇਟੀਆਂ ਦੀਆਂ ਸ਼ਾਦੀਆਂ ਹੋਣੀਆਂ। ਸਾਰਾ ਕੁਛ ਜਿੱਥੇ ਅਸੀਂ ਇੱਕ ਪਾਸੇ ਚਮਕੌਰ ਸਿੰਘ ਜੀ ਨੇ ਸਾਡੇ ਨਾਲ ਪਹਿਲਾਂ ਵੀ ਸਾਥੀ ਦੋਸਤ ਸੀਗੇ ਜਥੇਬੰਦੀਆਂ ਦੇ ਵਿੱਚ, ਪਰ ਜਦੋਂ ਉਹਨਾਂ ਦੀਆਂ ਸ਼ਾਦੀਆਂ ਹੋਈਆਂ ਸਾਰੇ ਇਸੇ ਤਰ੍ਹਾਂ ਸੁਖਦੇਵ ਨਾਲ, ਉਹ ਸਾਰੇ ਸਾਡੇ ਅੱਜ ਤੱਕ ਜਿਹੜੇ ਰਿਲੇਸ਼ਨ ਹੈ ਨਾ ਉਹ ਲੜਕੀਆਂ ਨਾਲ ਸਾਡੇ ਉਹ ਮਾਮੇ ਭਾਂਜੀ ਨਾਲ ਬਣੇ ਹੋਏ ਆ। ਮੁਖਤਿਆਰ ਸਿੰਘ ਉਹਨਾਂ ਕਰਕੇ ਇਹ ਸਿੱਖ ਸਾਡੇ ਵੀ ਸਾਰੇ ਉਹ ਰਾਜ ਮੈਡਮ ਗੱਲ ਕਰਦੇ ਸੀਗੇ ਕਿ ਜਦੋਂ ਮੁਖਤਿਆਰ ਹੋਣੀ ਤਾਂ ਆਪਣਾ ਜਦੋਂ ਮੇਰੇ ਸਾਹਿਬ ਦੀ ਗੱਲ ਕਰੀ ਸੀ ਰਾਨੇ ਕਿ ਜਿਹੜੇ ਆਪਣੇ ਪਰਿਵਾਰ ਦੇ ਨਾਲ ਉਹ ਸਮਾਜ ਪ੍ਰਤੀ ਬਹੁਤ ਚਿੰਤਤ ਸੀ। ਸਮਾਜ ਸੇਵਾ ਦੀ ਭਾਵਨਾ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਭਰੀ ਹੋਈ ਸੀ ਕਿ ਜਿਸ ਤਰ੍ਹਾਂ ਆਪਾਂ ਦੁਹਰਾਓ ਨਹੀਂ ਕਰਦੇ ਪਰਵਾਨਾ ਜੀ ਨੇ ਦੱਸਿਆ ਜਿਸ ਤਰ੍ਹਾਂ ਅੱਖਾਂ ਦਾ ਕੈਂਪ ਲਾਉਣਾ ਜਾਂ ਗਿਆਨੀ ਜੀ ਉਹਨਾਂ ਨੇ ਦੱਸਿਆ ਕਿ ਕੋਈ ਵੀ ਪਿੰਡ ਦਾ ਕੰਮ ਹੋਵੇ ਤੇ ਮੈਨੂੰ ਦੱਸਦੇ ਵੀ ਅੱਜ ਆਪਾਂ ਇਸ ਤਰ੍ਹਾਂ ਕਰਕੇ ਤਾਂ ਵਧੀਆ ਕੋਈ ਭਲਾ ਹੋ ਸਕਦਾ ਪਿੰਡ ਦਾ। ਤੇ ਸਾਰੇ ਇਲਾਕੇ ਦੇ ਵਿੱਚ ਇਹ ਗੱਲ ਇੱਕ ਬਹੁਤ ਜ਼ਿਆਦਾ ਬੜੀ ਸਪਸ਼ਟ ਹੈ ਕਿ ਬਹੁਤ ਚੰਗੇ ਇਨਸਾਨ, ਬੜੇ ਇਮਾਨਦਾਰ, ਹਿੰਮਤ ਵਾਲੇ ਤੇ ਬਹੁਤ ਹੀ ਜਿਹੜੀ ਸਮਾਜ ਸੇਵੀ ਵਿਅਕਤੀ ਸਾਡੇ ਸਮਾਜ ਦੇ ਵਿੱਚ ਵਿਛੜ ਗਏ। ਸੋ ਇਸ ਕਰਕੇ ਇੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਭੈਣ ਜੀ ਨਿਰਮਲ ਕੌਰ ਨੂੰ, ਬੱਚਿਆਂ ਨੂੰ, ਗਿਆਨੀ ਰਾਮ ਸਿੰਘ ਜੀ ਉਹਨਾਂ ਨੂੰ, ਡਾਕਟਰ ਸਾਹਿਬ ਨੂੰ, ਚਮਕੌਰ ਸਿੰਘ ਹੋਣਾ ਨੂੰ, ਸਾਰੇ ਰਿਸ਼ਤੇਦਾਰਾਂ ਨੂੰ, ਇੱਥੋਂ ਦੇ ਉਹਦੇ ਭਾਈਆਂ ਨੂੰ
ਉੱਥੇ ਬਹੁਤ ਹੀ ਵੱਡਾ ਸਮਾਜਦਾਰ ਨੂੰ ਘਾਟਾ ਪਿਆ। ਤਾਂ ਹੁਣੀ ਸਰਦਾਰ ਪ੍ਰੀਤਮ ਸਿੰਘ ਸਾਬਕਾ ਸਰਪੰਚ ਤਲਵੰਡੀ ਜਿਹੜੇ ਅੱਜ ਕੱਲ੍ਹ ਦਿੱਲੀ ਰਹਿੰਦੇ ਉਹ ਜ਼ਿਕਰ ਕਰ ਰਹੇ ਸੀ, ਕਹਿੰਦੇ ਵੀ ਮੈਨੂੰ ਪਤਾ ਲੱਗਿਆ ਅਖਬਾਰ ਦੇ ਵਿੱਚ ਕਿ ਮੈਂ ਦਿੱਲੀ ਤੋਂ ਚੱਲ ਕੇ ਉੱਥੇ ਆਇਆ, ਕਿਉਂਕਿ ਕਹਿੰਦੇ ਵੀ ਜਦੋਂ ਤਲਵੰਡੀ ਸਭ ਤੋਂ ਪਹਿਲਾਂ ਇਹ ਟੀਚਰ ਲੱਗਣ ਤੋਂ ਪਹਿਲਾਂ ਮੁਖਤਿਆਰ ਸਿੰਘ ਉੱਥੇ ਸੈਕਟਰੀ ਹੁੰਦੇ ਸੀ ਵੀ ਬਹੁਤ ਵਧੀਆ ਉਸ ਵਕਤ ਵੀ ਹਰਮਨ ਪਿਆਰੇ ਸੀ ਤੇ ਬੜਾ ਉਹਨਾਂ ਨੇ ਕੰਮ ਵਧੀਆ ਕੀਤਾ ਕਿ ਮੈਂ ਸਮਝਿਆ ਵੀ ਯਾਰ ਜ਼ਰੂਰ ਜਾਈਏ। ਸੋ ਉਹ ਗੱਲ ਕਰ ਰਹੇ ਸੀ, ਹੋਰ ਵੀ ਕਾਫੀ ਉਹਨਾਂ ਦੀ ਚੀਜ਼ ਜਿਸ ਵਾਰ ਉਹਨੇ ਗੱਲਾਂ ਕੀਤੀਆਂ। ਸੋ ਮੁਖਤਿਆਰ ਸਿੰਘ ਜੀ ਉਹਨਾਂ ਨੇ ਜਿੱਥੇ ਇਹ ਸਮਾਜ ਸੇਵਾ ਕੀਤੀ, ਉਹਨਾਂ ਨੇ ਵੇਖਾਂ ਦੇ ਕੈਂਪਾਂ ਰਾਹੀਂ ਪੰਚਾਇਤ ਨੂੰ ਠੀਕ ਰਾਏ ਦੇਣੀ, ਇੱਕ ਪਿੰਡ ਦੇ ਪੜ੍ਹੇ ਲਿਖੇ ਹੋਣ ਦੇ ਨਾਤੇ ਪਿੰਡ ਨੂੰ ਰਾਏ ਦੇਣੀ, ਬੱਚਿਆਂ ਨੂੰ ਪੜ੍ਹਾਉਣ ਵਾਸਤੇ ਗਾਈਡ ਕਰਨਾ, ਉਹਦੀ ਮਦਦ ਵੀ ਕਰਨਾ, ਸਕੂਲ ਨੂੰ ਇੱਥੋਂ ਵਾਲੇ ਨੂੰ ਸਪੋਰਟ ਕਰਨੀ, ਆਰਥਿਕ ਤੌਰ ਤੇ ਫੰਕਸ਼ਨ ਕਰਵਾਉਣੇ, ਬੱਚਿਆਂ ਦੇ ਲੋਕ ਪੱਖੀ ਜਿਹੜੇ ਸਟੂਡੈਂਟਸ ਪੱਖੀ ਗਤੀਵਿਧੀਆਂ ਕਰਨੀਆਂ। ਉੱਥੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਸੀ। ਜਿਵੇਂ ਸਰਜੀਤ ਸਿੰਘ ਨੇ ਜ਼ਿਕਰ ਕੀਤਾ ਵੀ ਬਹੁਤ ਲੰਬਾ ਸਮਾਂ ਉਹਨਾਂ ਦੀ ਸਰਵਿਸ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਪਹਿਲਾਂ ਹਾਈ ਸੀ, ਉੱਥੇ ਉਹਨਾਂ ਦੀ ਸਰਵਿਸ ਰਹੀ। ਇਹੋ ਜਿਹਾ ਕੋਈ ਮੈਂ ਵਿਅਕਤੀ ਨਹੀਂ ਦੇਖਿਆ ਵੀ ਜਿਹੜਾ ਬੱਚਿਆਂ 'ਚ ਲੋਕਾਂ 'ਚ ਔਰ ਅਧਿਆਪਕਾਂ ਦੇ ਵਿੱਚ ਬਹੁਤ ਹੀ ਹਰਮਨ ਪਿਆਰਾ ਹੋਵੇ। ਇੱਕ ਗੁੱਸੇ ਤੋਂ ਇੱਕ ਲੜਕਾ ਅਟੂਰ ਪੜ੍ਹਦਾ ਸੀ, ਸਾਡੇ ਕੋਲ ਮੈਥ ਕਰਕੇ ਇੱਥੇ ਵੀ ਪੜ੍ਹਾਉਣ ਦਾ ਦਾਖਲਾ ਲਿਆ। ਉਹਨੇ ਉੱਥੇ ਪਿੰਡ 'ਚ ਜਾ ਕੇ ਗੱਲ ਕੀਤੀ, ਕਹਿੰਦਾ ਵੀ ਅਸੀਂ ਕੋਈ ਰੈਲੀ ਦੇ ਸੰਬੰਧ ਵਿਦਿਆਰਥੀਆਂ ਦੀ ਰੈਲੀ ਦੇ ਵਿੱਚ ਕੋਈ ਕਲਾਸ ਦੀ ਗੱਲ ਕਰਦੇ ਸੀ। ਕਹਿੰਦੇ ਕਿ ਮਾਸਟਰ ਜੀ ਉੱਥੇ ਲੈਕਚਰਰ ਸੀ ਸਾਡੇ ਪੰਜਾਬੀ ਦੇ ਆਏ, ਉੱਥੋਂ ਕਹਿੰਦੇ ਮੁੜ ਗਏ ਉਹ ਕਹਿੰਦੇ ਯਾਰ ਤੁਸੀਂ ਆਪਦਾ ਕੰਮ ਕਰੋ ਵੀ ਚੱਲ ਇਹ ਤਾਂ ਆਪਾਂ ਕੰਮ ਕਰਦੇ। ਜਦੋਂ ਉੱਥੋਂ ਉਹਨਾਂ ਨੇ ਸ਼ਲਾਘਾ ਕੀਤੀ, ਬਹੁਤ ਹੀ ਚੰਗੀ ਸੋਚ ਹੈ ਕਿਉਂਕਿ ਉਹ ਇੰਚਾਰਜ ਹੁੰਦੇ ਸੀ ਮੇਰੇ। ਜਦੋਂ ਸੀਨੀਅਰ ਸੈਕੰਡਰੀ 2001 ਦੇ ਵਿੱਚ ਬਣਿਆ ਉਦੋਂ ਲਗਭਗ ਦਾਖਲਾ ਹੋ ਚੁੱਕਿਆ ਸੀ। ਮੁਖਤਿਆਰ ਸਿੰਘ ਜੀ ਨੇ ਮੈਂ ਅਸੀਂ ਕੈਂਡੀਡੇਟ ਸਾਰੇ ਜਾ ਕੇ ਤਲਵੰਡੀ ਆਸੇ ਪਾਸੇ ਸਾਰੇ ਥਾਂ ਤੋਂ ਬੱਚੇ ਦਾਖਲ ਕੀਤੇ। ਸੋ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਸੀ ਗੌਰਮੈਂਟ ਦੀ ਸੀਨੀਅਰ ਸੈਕੰਡਰੀ ਸਕੂਲ ਪੜ੍ਹਾਉਣ, ਸੀਨੀਅਰ ਸੈਕੰਡਰੀ ਪੜ੍ਹਨ ਤੋਂ ਬਾਅਦ ਤੇ ਪਹਿਲਾਂ ਸਾਰਾ ਅਧਿਆਪਕ ਵਰਗ ਦੀਆਂ ਜਥੇਬੰਦੀਆਂ ਨੂੰ ਤੇ ਬੱਚਿਆਂ ਦੇ ਪ੍ਰਤੀ ਦੇ ਸਟਾਫ ਨੂੰ ਵੀ ਮਾੜਾ ਮੋਟਾ ਗਿਲਾ ਸ਼ਿਕਵਾ ਹੋਇਆ ਤਾਂ ਮੁਖਤਿਆਰ ਸਿੰਘ ਦੀ ਸਮਰੱਥਾ ਰੱਖਦੇ ਸੀਗੇ ਸਾਰਿਆਂ ਨੂੰ ਇੱਕ ਕਰਨੀ। ਸਟਾਫ ਸੈਕਟਰੀ ਰਹੇ ਬੜਾ ਲੰਬਾ ਸਮਾਂ ਸਕੂਲ ਦੇ ਸਟਾਫ ਸੈਕਟਰੀ, ਉਦੋਂ ਸਟਾਫ ਸੈਕਟਰੀ ਪਿੱਛੇ ਬਕਾਇਦਾ ਵੋਟਾਂ ਪੈਂਦੀਆਂ ਹੋਈਆਂ, ਟੀਚਰਸ ਦੇ ਵਿੱਚ ਰੁਕਵਾਜੀ ਸੀ। ਸੋ ਇਸ ਤਰ੍ਹਾਂ ਬਹੁਤ ਇਹ ਇੱਕ ਮਹਾਨ ਸ਼ਖਸੀਅਤ ਸਾਥੋਂ ਵਿਛੜੇ ਹੈ। ਉਹ ਕੈਂਸਰ ਦੀ ਬਿਮਾਰੀ ਕਾਰਨ ਸਾਥੋਂ ਸਦਾ ਲਈ ਸੀ ਵਿਸ਼ਵਾਸ ਸਾਨੂੰ ਦੇ ਗਏ। ਕੈਂਸਰ ਦੀ ਬਿਮਾਰੀ ਸਾਨੂੰ ਮਤਲਬ ਵੀ ਸਿਸਟਮ ਦੀ ਦੇਣ ਹੈ, ਕਿਉਂਕਿ ਇਹ ਜਿਹੜਾ ਢਾਂਚਾ ਹੈਗਾ ਇਹ ਲੋਕ ਪੱਖੀ ਢਾਂਚਾ ਨਹੀਂ ਹੈਗਾ। ਇਹਦੇ ਵਿੱਚ ਬਿਮਾਰੀਆਂ ਨੂੰ ਸਗੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਕਾਰਨ ਪਏ ਆ ਵੀ ਸਾਡੇ ਅੰਦਰ ਪੋਇਜ਼ਨ ਜਾ ਰਹੀ ਹੈ, ਖੂਨ ਰਹੀ, ਪਾਣੀ ਰਹੀ, ਹਵਾ ਰਹੀ, ਤੇ ਸਾਡੀ ਜਿਹੜੀ ਅੰਦਰੋਂ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਹੈ, ਇਮਿਊਨਿਟੀ ਜਿਹਨੂੰ ਅਸੀਂ ਕਹਿੰਦੇ ਉਹ ਲਗਾਤਾਰ ਘਟ ਰਹੀ ਹੈ। ਸੋ ਕੈਂਸਰ ਦੀ ਜਿਹੜੀ ਸਿਰਫ ਹੱਲ ਇਸ ਕਰਕੇ ਹੀ ਹੋ ਸਕਦਾ ਸਾਡੀ ਇਮਿਊਨਿਟੀ ਤੱਕੀ ਹੋਵੇ, ਪਰ ਉਹ ਜਿੰਨੀ ਮਸ਼ੀਨਰੀ ਵੱਧ ਗਈ, ਜਿਸ ਤਰ੍ਹਾਂ ਸਾਨੂੰ ਨਸ਼ਿਆਂ ਤੇ ਲਾਤਾ, ਜਿਵੇਂ ਸਾਡੇ ਇਹ ਸਿਸਟਮ ਮਾੜਾ ਜਿਹੜਾ ਲੋਕ ਵਿਰੋਧੀ ਸਿਸਟਮ ਹੈ ਇਹ ਪੈਦਾ ਹੋ ਗਿਆ, ਉਹਦੇ ਵਿੱਚ ਇਹ ਤਾਂ ਹੁਣ ਸਾਡੇ ਕੋਲ ਚਾਰਾ ਨਹੀਂ ਹੈ ਕਿ ਅਸੀਂ ਇਮਿਊਨਿਟੀ ਕਿਵੇਂ ਬਣਾਈਏ। ਸਿਰਫ ਇੱਕ ਗੱਲ ਤਾਂ ਜ਼ਰੂਰ ਹੈ ਕਿਉਂਕਿ ਮੈਂ ਵੀ ਕੈਂਸਰ ਦੇ ਸਾਡੇ ਉਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਬੈਠੇ ਸਾਡੇ ਇਸ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਮੂਹ ਰਿਸ਼ਤੇਦਾਰ ਦੋਸਤ ਮਿੱਤਰ ਇਸ ਏਰੇ ਪਧੌੜੇ ਦੀਆਂ ਤੇ ਹੋਰ ਇਲਾਕੇ ਦੀਆਂ ਸਮੂਹ ਸ਼ਖਸੀਅਤਾਂ ਜੋ ਅੱਜ ਇਸ ਸਮੇਂ ਸਾਡੇ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਸਾਡਾ ਦੁੱਖ ਵੰਡਾਉਣ ਆਏ ਹਾਂ। ਮੈਂ ਆਪਣੇ ਵੱਲੋਂ ਤੇ ਸਾਡੇ ਸਮੂਹ ਪਰਿਵਾਰ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਉਹਨਾਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਹਾਂ ਵੀ ਤੁਸੀਂ ਇਸ ਸਮੇਂ ਸਾਡੇ ਨਾਲ ਆ ਕੇ ਸਾਡਾ ਜਿਹੜਾ ਦੁੱਖ ਮਨਾਇਆ ਹੈ ਤਾਂ ਸਾਡਾ ਕਹਿੰਦੇ ਆ ਦੁੱਖ ਮਨਾਉਣ ਨਾਲ ਜਿਹੜਾ ਦੁੱਖ ਬੜਾ ਘੱਟ ਹੁੰਦਾ ਹੈ, ਕਿਉਂਕਿ ਉਹ ਸ਼ਖਸੀਅਤ ਹੀ ਇਹੋ ਜਿਹੀ ਸਾਨੂੰ ਜਿਨ੍ਹਾਂ ਦੇ ਉੱਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ ਕਿ ਜਿਹੜੇ ਕੰਮ ਉਹਨਾਂ ਨੇ ਕੀਤੇ ਆ ਜੀ। ਜਿੱਥੇ ਉਹ ਪਰਿਵਾਰ ਦੇ ਵਿੱਚ ਜਿਹੜੇ ਪਰਿਵਾਰ ਪੈਦਾ ਹੋਏ ਉਹਨਾਂ ਨੇ ਕਦੇ ਅੱਜ ਜਿਵੇਂ ਨਿੱਜੀ ਹਰੇਕ ਬੰਦਾ ਆਪਣੇ ਨਿੱਜ ਨਾਲ ਚਾਹੁੰਦਾ ਗਾ ਕਿ ਮੈਂ ਤਰੱਕੀ ਕਰਦਾ ਦੂਜੇ ਪਿੱਛੇ ਰਹਿ ਜਾਣ, ਉਹਨਾਂ ਨੇ ਸਾਰੇ ਪਰਿਵਾਰ ਨੂੰ ਵੀ ਅਪਲਿਫਟ ਕੀਤਾ। ਇੱਥੋਂ ਇਕੱਲੇ ਪਰਿਵਾਰ ਨੂੰ ਨਹੀਂ, ਸਾਰੇ ਰਿਸ਼ਤੇਦਾਰਾਂ ਨੂੰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਦੋਸਤ ਮਿੱਤਰਾਂ ਨੂੰ ਵੀ ਅਪਲਿਫਟ ਕਰਨਾ। ਜਿੱਥੇ ਉਹ ਸਪੁੱਤਰ ਆਪਣੇ ਮਾਂ ਬਾਪ ਲਈ ਸਿੱਧ ਹੋਏ, ਕਿਉਂਕਿ ਲਾਸਟ ਉਹਦੇ ਵਿੱਚ ਸਾਡੇ ਜਿਹੜੇ ਨਾਨਾ ਜੀ ਸੀ ਉਹਨਾਂ ਨੂੰ ਵੀ ਇੱਕ ਐਮਰਜੈਂਸੀ ਕਈ ਕਿੰਨਾ ਚਿਰ ਉਹ ਗਵਾ ਰਹੇ, ਨਾਨੀ ਜੀ ਨੂੰ ਵੀ ਇੱਕ ਐਮਰਜੈਂਸੀ ਆਈ ਤਾਂ ਇਸ ਪਰਿਵਾਰ ਨੇ ਉਹਨਾਂ ਦੀ ਖਾਸ ਕਰਕੇ ਮਾਲੀ ਸਾਹਿਬ ਨੇ ਪੂਰੀ ਗਿਆਨਕਾਰੀ ਨਾਲ
ਆਪਣੀ ਜਿਹੜੀ ਬਣਦੀ ਸੇਵਾ ਸੀ ਉਹ ਨਿਭਾਈ। ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਇੱਕ ਮੈਂਬਰ ਨੂੰ ਬਾਹਰ ਸੈੱਟ ਕਰਨ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾਇਆ। ਤੇ ਉਸ ਤੋਂ ਇਲਾਵਾ ਇਹਨਾਂ ਦੇ ਇਲਾਜ ਦੇ ਪਰਿਵਾਰ ਦੇ ਉੱਤੇ ਬਹੁਤ ਵੱਡੀ ਆਫਤ ਸੀ। ਇਹਨਾਂ ਦੇ ਸਹੁਰਾ ਸਾਹਿਬ ਅਤੇ ਫਿਰ ਜਿਹੜਾ ਬ੍ਰਦਰ ਸੀਗੇ ਉਹ ਅਚਾਨਕ ਚਲੇ ਗਏ। ਇਹਨਾਂ ਨੇ ਉਸ ਪਰਿਵਾਰ ਦੇ ਵਿੱਚ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਇੱਕ ਜਵਾਈ ਦੀ ਅਤੇ ਪੁੱਤ ਬਣ ਕੇ ਖੜੇ ਕਿ ਉਸ ਪਰਿਵਾਰ ਨੂੰ ਡੋਲਣ ਨਹੀਂ ਦਿੱਤਾ। ਸੋ ਉਹਨਾਂ ਨੂੰ ਜਿੰਨੇ ਵੀ ਉਹਨਾਂ ਨੂੰ ਕਈ ਕੰਮ ਕੀਤੇ ਗਏ ਜਾਂ ਕਿ ਬੋਲ ਲਗੇ ਅਸੀਂ ਉਹ ਤੈਅ ਜਾਂ ਬਿਆਨ ਨਹੀਂ ਕਰ ਸਕਦੇ। ਉਹ ਇਹ ਮਹਾਨ ਸ਼ਖਸੀਅਤ ਸੀ। ਉਹਨਾਂ ਦੇ ਜਾਣ ਨਾਲ ਜਿੱਥੇ ਇਲਾਕਾ ਨਿਵਾਸੀ ਪਿੰਡ ਵਾਸੀ ਤੇ ਹੋਰ ਮਿੱਤਰਾਂ ਨੂੰ ਘਾਟਾ ਪਿਆ, ਸਾਨੂੰ ਸਮੂਹ ਰਿਸ਼ਤੇਦਾਰਾਂ ਨੂੰ ਬਹੁਤ ਵੱਡਾ ਜਿਹੜਾ ਘਾਟਾ ਪਿਆ। ਮੈਂ ਇਹਦੇ ਵਿੱਚ ਤੁਹਾਡਾ ਦੁਬਾਰਾ ਸਾਰੇ ਸਿੱਖ ਮਿਸ਼ਨਾਂ ਦਾ ਜਿਹੜੇ ਇੱਥੇ ਆਏ ਹੋਗੇ ਆਪਣੇ ਵੱਲੋਂ ਅਤੇ ਸਾਰੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਗਾ ਅਤੇ ਸਾਰਿਆਂ ਨੂੰ ਬੇਨਤੀ ਕਰਦਾ ਗਾ ਉਹਨਾਂ ਦੀ ਚਾਹ ਪਾਣੀ ਦਾ ਲੰਗਰ ਭੋਜਨ ਦਾ ਲੰਗਰ ਜਿਹੜਾ ਹੈ ਤਿਆਰ ਆਇਆ। ਜੇ ਕਿਸੇ ਸੱਜਣ ਪੁਰਸ਼ ਨੇ ਨਹੀਂ ਛਕਿਆ ਛਕ ਕੇ ਜਾਣਾ। ਹੋਰ ਜੇ ਕੋਈ ਕਮੀ ਪੇਸ਼ੀ ਰਹਿ ਗਈ ਗਲਤੀ ਹੋਈ ਹੋਵੇ ਮਾਫੀ ਬਖਸ਼ੋ। ਸੋ ਸਾਰਿਆਂ ਦਾ ਇੱਕ ਵਾਰ ਫਿਰ ਮੈਂ ਧੰਨਵਾਦ